सत श्री अकाल। पंजाब स्टार टीवी वेख रहे सारे दर्शकों का स्वागत है। मैं हाँ कमलरीत कौर लैके हाजिर हाँ प्रोग्राम अज दी गल। जिदा कि तुहानूं पता ही है, इस प्रोग्राम दे विच असीं देश दुनिया की सियासत की हरेक उस वड्डे मुद्दे की चर्चा करते हैं जो तुहाडे लई जानना बेहद जरूरी हुंदा है। जो मुद्दा खुंड चर्चा बनता है, जो चर्चावां दा बाजार गर्म करता है, वो मुद्दे साडे प्रोग्राम का हिस्सा बनते हैं। अज जिन्हां मुद्दों ते असीं चर्चा करांगे उन्हां विच सब तो पहला गलबात करांगे मनटेक सिंह आलूवालिया ने अर्थ व्यवस्था के सुधार लई एक रिपोर्ट पेश की है सरकार नूं। उहदे बारे गलबात करांगे। नाल ही गल करांगे सुप्रीम कोर्ट ने धीआं दे हक विच यानी कि माता पिता दियां जिहड़ियां धीआं ने उन्हां दे हक दे विच फैसला सुनाया है। की फैसला सुनाया वो भी तुहानूं दसांगे। नाल ही गल करांगे सुखपाल सिंह खैहरा दी, जिन्हां ने पंजाब दे मुख मंत्री कैप्टन अमरिंदर सिंह नूं ਅਤੇ प्रधानमंत्री नरेंद्र मोदी ਨੂੰ एक चिट्ठी लिखी है कि करतारपुर लांघा खोलण बारे मुड़ विचार किया जाए। ते नाल ही गलबात करांगे 3.5 साल बाद पंजाब दे विच आखिर स्मार्टफोनां दा मेला लग ही गया, बच्चों नूं स्मार्टफोन मिल ही गए। इन्हां सारे मुद्दों ते साडे नाल गलबात करन लई मौजूद ने अर्शदीप सिंह जी। अर्शदीप जी बहुत बहुत स्वागत है तुहाडा। बहुत बहुत धन्यवाद जी। सारे ही ਸਰੋਤਿਆਂ ਤੇ दर्शकों ਨੂੰ प्यार भरी सत श्री अकाल, नमस्कार, आदाब। अर्शदीप जी शुरुआत करते हैं देश की अर्थ व्यवस्था तो। अर्थ व्यवस्था की जो हालत इस वक्त है, भावें वो सूबे की होवे भावें वो देश की होवे, किसी तो भी लुकी नहीं है। ते मनटेक सिंह आलूवालिया जिहड़े कि डॉक्टर मनमोहन सिंह की सरकार के टाइम भी अर्थ व्यवस्था दे विच जोर अजमाइश कर चुके हैं अपनी, तो हुण एक बार फिर तो एक कमेटी बिठाई गई सी अर्थ व्यवस्था नूं ऑब्जर्व करन दे वास्ते, ते उन्होंने एक रिपोर्ट पेश की है पंजाब की सरकार नूं। देखो जी, ਜਿਹੜੇ ਭਾਰਤ ਦੇ ਵਿੱਚ ਅਰਥ ਸ਼ਾਸਤਰੀ ਨੇ, ਬੇਸ਼ੱਕ ਡਾਕਟਰ ਮਨਮੋਹਨ ਸਿੰਘ ਆ ਜਾਂ ਮਨਟੇਕ ਸਿੰਘ ਆਲੂਵਾਲੀਆ ਨੇ, ਚੰਗੇ ਅਰਥ ਸ਼ਾਸਤਰੀ ਨੇ, ਸਤਿਕਾਰਯੋਗ ਨੇ, ਪਰ ਕਦੇ-ਕਦੇ ਇਹਨਾਂ ਦੀਆਂ ਪਾਲਿਸੀਆਂ ਦੇਖ ਕੇ ਇੰਜ ਲੱਗਦਾ ਹੈ ਕਿ ਸ਼ਾਇਦ ਇਹ ਪਿੰਡੂ ਭਾਰਤ ਨੂੰ ਜਿਹੜਾ ਬਾਹਲਾ ਪਸੰਦ ਨਹੀਂ ਕਰਦੇ, ਜਾਂ ਇਹ ਕਹਿ ਲਓ ਕਿ ਪਬਲਿਕ ਸੈਕਟਰ ਦੇ ਵਿੱਚ ਇਹਨਾਂ ਦਾ ਬਾਹਲਾ ਵਿਸ਼ਵਾਸ ਨਹੀਂ ਹੈ, ਤੇ ਕਾਰਪੋਰੇਟ ਪੱਖੀ ਜਿਹੜੇ ਨੇ ਇਹ ਅਰਥ ਸ਼ਾਸਤਰੀ ਮੰਨੇ ਜਾਂਦੇ ਨੇ। ਤਾਂ ਪੰਜਾਬ ਦੀ ਅਰਥ ਵਿਵਸਥਾ ਕਾਫੀ ਲੰਮੇ ਸਮੇਂ ਤੋਂ ਖਰਾਬ ਚੱਲ ਰਹੀ ਹੈ, ਖਸਤਾ ਹਾਲਤ ਦੇ ਵਿੱਚ ਹੈ, ਤੇ ਪੰਜਾਬ ਸਰਕਾਰ ਦਾ ਕੰਮ ਪੱਲੇ ਨਹੀਂ ਢੇਲਾ ਵਾਲਾਗਾ। ਤਾਂ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਟੇਕ ਸਿੰਘ ਆਲੂਵਾਲੀਆ ਜਿਹੜੇ ਕਿ ਮਨਮੋਹਨ ਸਿੰਘ ਸਰਕਾਰ ਦੇ ਵਿੱਚ ਪਲੈਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਰਹੇ ਨੇ, ਇੱਕ ਉੱਘੇ ਅਰਥ ਸ਼ਾਸਤਰੀ ਮੰਨੇ ਜਾਂਦੇ ਨੇ, ਤਾਂ ਉਹਨਾਂ ਦੀ ਇੱਕ ਕਮੇਟੀ ਬਣਾਈ ਗਈ ਸੀ। ਤਾਂ ਇਸ ਕਮੇਟੀ ਦੇ ਵਿੱਚ ਅਰਥ ਸ਼ਾਸਤਰੀ ਵੀ ਸੀ, ਮਨਟੇਕ ਸਿੰਘ ਆਲੂਵਾਲੀਆ ਦੇ ਨਾਲ ਅਫਸਰਸ਼ਾਹੀ ਵੀ ਸੀ, ਪਰ ਲੋਕਾਂ ਦਾ ਕੋਈ ਨੁਮਾਇੰਦਾ ਇਸ ਕਮੇਟੀ ਦੇ ਵਿੱਚ ਨਹੀਂ ਸੀ। ਜੀ ਤੋਂ ਸਾਫ਼ ਹੈ ਕਿ ਇਹ ਕਮੇਟੀ ਦਾ ਰੁਖ ਜਿਹੜਾ ਪਹਿਲਾਂ ਹੀ ਕੀ ਹੋ ਸਕਦਾ ਸੀ। ਤੇ ਇਸ ਕਮੇਟੀ ਵੱਲੋਂ ਜਿਹੜੀ ਪਹਿਲੀ ਰਿਪੋਰਟ ਦਿੱਤੀ ਗਈ ਹੈ ਉਹਦੇ ਚ ਪੰਜਾਬ ਦੀਆਂ ਸਾਰੀਆਂ ਬਿਮਾਰੀਆਂ ਦੀ ਜਿਹੜਾ ਇਲਾਜ ਹੈਗਾ ਉਹ ਕਾਰਪੋਰੇਟ ਘਰਾਣਿਆਂ ਨੂੰ ਦੱਸਿਆ ਗਿਆ ਹੈਗਾ ਕਿ ਪੰਜਾਬ ਨੂੰ ਜਿੰਨੀਆਂ ਵੀ ਰਮਜ਼ਾਂ ਨੇ ਉਹ ਹਰ ਰਮਜ਼ਾਂ ਦਾ ਇਲਾਜ ਜਿਹੜਾ ਉਹ ਇੰਡਸਟਰੀਅਲ ਕਰ ਸਕਦੇ ਨੇ, ਉਹ ਕਾਰਪੋਰੇਟ ਘਰਾਣੇ ਕਰ ਸਕਦੇ ਨੇ। ਤੇ ਇੱਥੋਂ ਇਹੀ ਲੱਗਦਾ ਕਿ ਇਹ ਰਿਪੋਰਟ ਵੀ ਜਿਹੜੀ ਉਹ ਕਾਰਪੋਰੇਟ ਘਰਾਣਿਆਂ ਦੇ ਪੱਖੀ ਰਿਪੋਰਟ ਹੈ, ਕਾਰਪੋਰੇਟ ਘਰਾਣਿਆਂ ਨੂੰ ਸਭ ਕੁਝ ਸਪੁਰਦ ਕਰਨ ਦੇ ਪੱਖ 'ਚ ਰਿਪੋਰਟ ਹੈਗੀ। ਤਾਂ ਮਨਟੇਕ ਸਿੰਘ ਆਲੂਵਾਲੀਆ ਵੱਲੋਂ ਜੋ ਰਿਪੋਰਟ ਸੌਂਪੀ ਗਈ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਗੱਲ ਕੀਤੀ ਹੈਗੀ ਕਿ ਜਿਹੜੇ ਸਰਕਾਰੀ ਥਰਮਲ ਪਲਾਂਟ ਨੇ ਉਹਨਾਂ ਨੂੰ ਬੰਦ ਕਰਕੇ ਉੱਥੇ ਇੰਡਸਟਰੀਅਲ ਪਾਰਕ ਜਿਹੜੇ ਬਣਾਏ ਜਾਣ, ਜਿਹਦੀ ਸ਼ੁਰੂਆਤ ਪੰਜਾਬ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ ਕਿ ਬਠਿੰਡੇ ਦਾ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਨੇਸ਼ਤੇ ਨਾਬੂਦ ਕਰਕੇ ਉੱਥੇ ਜਿਹੜਾ ਇੱਕ ਇੰਡਸਟਰੀਅਲ ਪਾਰਕ ਬਣਾਇਆ ਜਾਊਗਾ। ਇਸ ਤੋਂ ਇਲਾਵਾ ਰੋਪੜ ਦਾ ਥਰਮਲ ਪਲਾਂਟ ਹੈ ਜਿਹੜਾ ਕਿ ਆਪਣੀ ਉਮਰ ਲਗਾ ਚੁੱਕਿਆ, ਉਮਰ ਹੰਢਾ ਚੁੱਕਿਆ, ਤਾਂ ਉੱਥੇ ਵੀ ਉਹਨੂੰ ਤਹਿਸ ਨਹਿਸ ਕਰਕੇ ਉੱਥੇ ਇੰਡਸਟਰੀਅਲ ਪਾਰਕ ਬਣਾਉਣ ਦੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਹੈ ਬਠਿੰਡਾ 'ਚ ਲਹਿਰਾ ਮੁਹੱਬਤ ਵਿਖੇ, ਤਾਂ ਉਹਦੀ ਉਮਰ ਵੀ 2 ਸਾਲ ਰਹਿ ਗਈ ਆ। ਤਾਂ ਉਹ ਵੀ ਸੁਝਾਅ ਦਿੱਤਾ ਹੈ ਕਿ ਉਹਨੂੰ ਵੀ ਜਿਹੜਾ ਢਾਹ ਕੇ ਜ਼ਮੀਨ ਕਲੀਅਰ ਕਰਕੇ ਇੰਡਸਟਰੀਅਲ ਪਾਰਕ ਉੱਥੇ ਬਣਾਏ ਜਾਣ। ਤੇ ਇਹ ਤੋਂ ਸਿੱਧਾ ਇਸ਼ਾਰਾ ਹੈ ਕਿ ਪ੍ਰਾਈਵੇਟ ਜਿਹੜੇ ਖਿਡਾਰੀ ਨੇ, ਬਿਜਲੀ ਉਤਪਾਦਕ ਨੇ, ਜਿਹੜੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਸਮਝੌਤੇ ਰਿਵਿਊ ਕਰਨ ਦੀ ਗੱਲ ਕਾਂਗਰਸ ਕਰਦੀ ਸੀ ਤੇ ਇਹ ਕਹਿੰਦੀ ਸੀ ਕਿ ਇਹਨਾਂ ਨੂੰ ਰੱਦ ਕਰਕੇ ਲੋਕ ਪੱਖੀ ਸਮਝੌਤੇ ਬਣਾਇਆ ਜਾਊਗਾ। ਤਾਂ ਮਨਟੇਕ ਸਿੰਘ ਆਲੂਵਾਲੀਆ ਦੀ ਕਮੇਟੀ ਇਹੀ ਕਹਿੰਦੀ ਹੈ ਕਿ ਸਰਕਾਰੀ ਥਰਮਲ ਪਲਾਂਟ ਬੰਦ ਕਰੋ, ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਜਿਹੜੀ ਬਿਜਲੀ ਬਹਾਲ ਕਰੋ ਤੇ ਉੱਥੇ ਬਣਾਓ ਇੰਡਸਟਰੀਅਲ ਪਾਰਕ। ਤੇ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਬਿਜਲੀ ਖੇਤੀ ਤੇ ਟਿਊਬਲਾਂ ਤੇ ਸਬਸਿਡੀ ਦਿੱਤੀ ਜਾਂਦੀ ਹੈਗੀ, ਇਹ ਸਬਸਿਡੀ ਜਿਹੜੀ ਹੈ 7000 ਦੇ ਕਰੋੜ ਦੇ ਕਰੀਬ ਪੈਂਦੀ ਹੈ। ਜੇ ਟੋਟਲ ਸਬਸਿਡੀ ਮਿਲਾ ਲਈਏ ਤਾਂ ਪੰਜਾਬ ਸਰਕਾਰ ਦੀ ਉਹ 12-13 ਹਜ਼ਾਰ ਕਰੋੜ ਦੇ ਕਰੀਬ ਜਾਂਦੀ ਹੈਗੀ ਬਿਜਲੀ ਦੀ। ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸੋਲਰ ਬਿਜਲੀ ਸਿਸਟਮ ਦਿਓ ਕਿਸਾਨਾਂ ਨੂੰ, ਤੁਸੀਂ ਜਿਹੜਾ ਬਿਜਲੀ ਦਾ ਬੋਝ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਘਟਾਓ। ਤਾਂ ਸੋਲਰ ਬਿਜਲੀ ਦੇ ਲਈ 1 ਲੱਖ ਕਰੋੜ ਦਾ ਖਰਚਾ ਗਾ ਉਹ ਜੇ ਕਿਸਾਨਾਂ ਨੂੰ ਟਿਊਬਲ ਸੋਲਰ ਬਿਜਲੀ ਰਾਹੀਂ ਦੇਣੇ ਨੇ। ਤਾਂ ਇੱਥੋਂ ਇਹ ਸਾਫ਼ ਹੈ ਕਿ ਉੱਥੇ ਵੀ ਜਿਹੜਾ ਇਸ਼ਾਰਾ ਗਾ ਉਹ ਦੂਜੇ ਪਾਸੇ ਨੂੰ ਕੀਤਾ ਗਿਆ ਗਾ। ਇਸ ਤੋਂ ਇਲਾਵਾ ਝੋਨੇ ਹੇਠ ਰਕਬਾ ਘਟਾਉਣ ਦੇ ਲਈ ਹਰਿਆਣਾ ਪੈਟਰਨ ਵਰਤਣ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਲੰਮੀ ਲੀਜ਼ ਤੇ ਜਿਹੜੀਆਂ ਜ਼ਮੀਨਾਂ ਦਿੱਤੀਆਂ ਨੇ ਉਹਦਾ ਨਿਪਟਾਰਾ ਤੇ ਜਿਹੜੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਕੋਲੇ ਜ਼ਮੀਨਾਂ ਨੇ ਲੀਜ਼ ਤੇ ਨੇ ਲੋਕਾਂ ਕੋਲੇ, ਉਹ ਵਾਪਸ ਲੈ ਕੇ
ਉਹਨਾਂ ਦਾ ਵੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਭੋਗ ਪਾਉਣ ਦੀ ਤਿਆਰੀ ਦੀ ਗੱਲ ਇਹ 'ਚ ਕੀਤੀ ਗਈ ਆ। ਇਸ ਤੋਂ ਇਲਾਵਾ ਜਿਹੜੀਆਂ ਬੀਜ ਉਤਪਾਦਕ ਕੰਪਨੀਆਂ ਨੇ ਤਾਂ ਉਹਨਾਂ ਨੂੰ ਵੀ ਕਿਸਾਨਾਂ ਦੇ ਨਾਲ ਜੋੜ ਕੇ ਕਿਸਾਨਾਂ ਦੀਆਂ ਜ਼ਮੀਨਾਂ ਲੀਜ਼ ਤੇ ਲੈ ਕੇ ਉਹ ਜਿਹੜੇ ਬੀਜ ਨੇ ਉਹ ਇੱਥੇ ਪੈਦਾ ਕਰਨ। ਤਾਂ ਇੱਥੋਂ ਇਹ ਲੱਗਦਾ ਹੈ ਕਿ ਕਾਰਪੋਰੇਟ ਘਰਾਣੇ ਨੂੰ ਸਿੱਧਾ ਫਾਇਦਾ ਇਹ 'ਚ ਦਿੱਤਾ ਗਿਆ, ਲੋਕਾਂ ਦੀ ਪਰਵਾਹ ਨਹੀਂ ਕੀਤੀ ਗਈ। ਤੇ ਉਹ ਇੱਥੇ ਨਹੀਂ ਰੁਕੇ। ਜਿਹੜੀ ਪਬਲਿਕ ਟਰਾਂਸਪੋਰਟ ਦੀ ਅਸੀਂ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਬੱਸ ਮਾਫੀਆ ਹੈਗਾ। ਲੋਕ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਆ ਹੈਗਾ। ਕਿਸੇ ਸਮੇਂ ਕਾਂਗਰਸ ਕਹਿੰਦੀ ਸੀ ਕਿ ਅਕਾਲੀ ਸਰਕਾਰ ਸਮੇਂ ਟਰਾਂਸਪੋਰਟ ਮਾਫੀਆ ਹੈ। ਅੱਜ ਕਾਂਗਰਸ ਕਹਿੰਦੀ ਹੈ ਕਿ ਸਾਰਾ ਕੁਝ ਕਾਨੂੰਨ ਮੁਤਾਬਕ ਕੀਤਾ ਜਾ ਰਿਹਾ। ਅੱਜ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਆ ਹੈਗਾ। ਕੱਲ ਨੂੰ ਕੀ ਪਤਾ ਕਿਹਨੇ ਸੱਤਾ ਚ ਆਉਣਾ ਤੇ ਦੂਜਿਆਂ ਨੇ ਕਹਿਣ ਲੱਗ ਜਾਣਾ ਕਿ ਪੰਜਾਬ 'ਚ ਟਰਾਂਸਪੋਰਟ ਮਾਫੀਆ ਹੈ। ਤਾਂ ਮੋਂਟੇਕ ਸਿੰਘ ਆਹਲੂਵਾਲੀਆ ਦੀ ਕਮੇਟੀ ਵੱਲੋਂ ਕਿਹਾ ਗਿਆ ਕਿ ਜਿਹੜੀਆਂ ਪੰਜਾਬ 'ਚ 2 ਸਰਕਾਰੀ ਬੱਸ ਕੰਪਨੀਆਂ ਨੇ, ਜਿਹ 'ਚ ਇੱਕ ਪਨ ਬੱਸ ਹੈ, ਇੱਕ ਪੈਪਸੂ ਰੋਡ ਟਰਾਂਸਪੋਰਟ ਕੰਪਨੀ ਹੈ, ਕਿ ਇਹਨਾਂ ਨੂੰ ਇਕੱਠਿਆਂ ਕਰਕੇ ਇਹਨਾਂ ਦੀ ਇੱਕ ਬਣਾ ਦਿੱਤੀ ਜਾਵੇ। ਇਹਦਾ ਬੋਝ ਵੀ ਜਿਹੜਾ ਸਰਕਾਰ ਤੇ ਪੈਂਦਾ ਹੈਗਾ। ਜਿਹ ਤੋਂ ਸਾਫ਼ ਹੈ ਕਿ ਮੋਂਟੇਕ ਸਿੰਘ ਆਹਲੂਵਾਲੀਆ ਪੰਜਾਬ ਦੀਆਂ ਰਮਜ਼ਾਂ ਦਾ ਹੱਲ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਰਾਹੀਂ ਦੇ ਰਹੇ ਨੇ। ਪਰ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈਗਾ। ਇੱਥੋਂ ਦੀ ਜਿਹੜੀ 60% ਪਾਪੂਲੇਸ਼ਨ ਆ ਉਹ ਸਿੱਧੇ ਢੰਗ ਨਾਲ ਖੇਤੀ ਤੇ ਨਿਰਭਰ ਕਰਦੀ ਹੈਗੀ। ਬੇਸ਼ੱਕ ਸ਼ਹਿਰਾਂ 'ਚ ਰੁਝਾਨ ਲੋਕਾਂ ਦਾ ਵੱਧ ਰਿਹਾ, ਜ਼ਮੀਨਾਂ ਘਟ ਰਹੀਆਂ ਨੇ, ਨੌਜਵਾਨ ਜਾਂ ਤਾਂ ਪੰਜਾਬ ਛੱਡ ਕੇ ਜਾ ਰਹੇ ਨੇ ਜਾਂ ਫਿਰ ਪਿੰਡਾਂ 'ਚੋਂ ਸ਼ਹਿਰਾਂ ਵੱਲ ਪ੍ਰਵਾਸ ਕਰ ਰਹੇ ਨੇ ਕਿ ਕੋਈ ਛੋਟੀ-ਮੋਟੀ ਪ੍ਰਾਈਵੇਟ ਨੌਕਰੀ ਕੀਤੀ ਜਾਵੇ। ਕਿਉਂਕਿ 70% ਕਿਸਾਨ ਜਿਹੜਾ ਹੈਗਾ ਉਹ 5 ਏਕੜ ਤੋਂ ਘੱਟ ਵਾਲਾ ਕਿਸਾਨ ਆ ਜਾਂ 5 ਏਕੜ ਤੱਕ ਦਾ ਕਿਸਾਨ ਹੈਗਾ, ਜਿਹਦਾ ਕਿ ਜੀਵਨ ਬਸਰ ਬਹੁਤ ਔਖਾ ਹੁੰਦਾ ਹੈਗਾ। ਤਾਂ ਮੋਂਟੇਕ ਸਿੰਘ ਆਹਲੂਵਾਲੀਆ ਨੂੰ ਚਾਹੀਦਾ ਸੀ ਕਿ ਸੂਬੇ ਦੀ ਅਰਥ ਵਿਵਸਥਾ ਸੁਧਾਰਨ ਦੇ ਨਾਲ ਕਿਸਾਨਾਂ ਦੀ ਜਿਹੜੀ ਅਰਥ ਵਿਵਸਥਾ ਉਹਦਾ ਵੀ ਧਿਆਨ ਉੱਥੇ ਰੱਖਿਆ ਜਾਂਦਾ। ਪਰ ਇਹੀ ਲੱਗ ਰਿਹਾ ਕਿ ਇਹ ਰਿਪੋਰਟ ਜਿਹੜੀ ਹੈਗੀ ਹੈ ਇਹ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਨੂੰ ਸਪੁਰਦ ਕਰਨ ਦੇ ਲਈ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਆਊਗੀ, ਸਾਰਾ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਆਊਗਾ, ਪ੍ਰਾਈਵੇਟ ਪਲੇਅਰ ਮੈਦਾਨ 'ਚ ਉਤਰਨਗੇ, ਤਾਂ ਹੀ ਪੰਜਾਬ ਦੀ ਅਰਥ ਵਿਵਸਥਾ ਜਿਹੜੀ ਇਹ ਸੁਧਰ ਸਕਦੀ ਹੈ। ਪਰ ਇਹਦੇ ਨਾਲੋਂ ਨਾਲ ਲੋਕਾਂ ਦਾ ਧਿਆਨ ਰੱਖਣਾ ਜ਼ਰੂਰੀ ਸੀ, ਕਿਉਂਕਿ ਜੇ ਪੰਜਾਬ ਦੀ ਅਰਥ ਵਿਵਸਥਾ ਸੁਧਾਰਨੀ ਹੈ ਤਾਂ ਅਸੀਂ ਤੇਲੰਗਾਨਾ ਮਾਡਲ ਦੀ ਗੱਲ ਕਰਦੇ ਹਾਂਗੇ ਮਾਈਨਿੰਗ ਦੇ ਮਾਮਲੇ 'ਚ, ਕਿ ਉਹਨਾਂ ਕੋਲੇ 2 ਨਦੀਆਂ ਨੇ, ਉਹ 2 ਨਦੀਆਂ ਤੋਂ 5000 ਕਰੋੜ ਤੱਕ ਪੈਸਾ ਕਮਾਈ ਜਾਂਦੇ ਹੈਗੇ। ਤਾਂ ਪੰਜਾਬ ਕੋਲੇ ਤਾਂ 3 ਦਰਿਆ ਨੇ, 3 ਦਰਿਆਵਾਂ ਦੇ ਵਿੱਚੋਂ ਤੁਸੀਂ ਅਥਾਹ ਪੈਸਾ ਜਿਹੜਾ ਕਮਾ ਸਕਦੇ ਹੋ। ਤਾਂ ਮਾਈਨਿੰਗ ਪਾਲਿਸੀ ਦੀ ਗੱਲ ਉਹ 'ਚ ਹੋਣੀ ਚਾਹੀਦੀ ਸੀ ਕਿ ਉਹ 'ਚ ਜਿਹੜੀ ਨਜਾਇਜ਼ ਮਾਈਨਿੰਗ ਦੇ ਚਰਚੇ ਪਿਛਲੇ 12-13 ਸਾਲਾਂ ਤੋਂ ਚੱਲ ਰਹੇ ਨੇ, ਤਾਂ ਉਹ ਨਜਾਇਜ਼ ਮਾਈਨਿੰਗ ਨੂੰ ਜਿਹੜਾ ਖਤਮ ਕਰਨ ਦੇ ਲਈ ਸੁਧਾਰ ਕੀਤੇ ਜਾਂਦੇ। ਇਸ ਤੋਂ ਇਲਾਵਾ ਸ਼ਰਾਬ ਮਾਫੀਆ ਪੰਜਾਬ ਦੇ ਵਿੱਚ ਸਰਗਰਮ ਹੈਗਾ, ਜਿਹਦੀ ਉਦਾਹਰਨ ਹੁਣੀ 125 ਮੌਤਾਂ ਨੇ ਜਿਹੜੀਆਂ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਨੇ, ਕਿ ਉਹ ਮਾਫੀਆ ਦੀ ਪਕੜ ਕਿੰਨੀ ਮਜ਼ਬੂਤ ਹੋ ਚੁੱਕੀ ਹੈ ਕਿ ਉਹ ਲੋਕਾਂ ਦੀਆਂ ਜ਼ਿੰਦਗੀਆਂ ਦੀਆਂ ਪਰਵਾਹ ਕਰਨੋਂ ਵੀ ਹਟ ਗਿਆ। ਤਾਂ ਕਾਰਪੋਰੇਸ਼ਨ ਬਣਾ ਕੇ ਸਰਕਾਰ ਖੁਦ ਸ਼ਰਾਬ ਸੇਲ ਕਰਦੀ, ਕਿਉਂਕਿ ਸਰਕਾਰ ਨੇ ਜੇ ਸ਼ਰਾਬ ਵੇਚਣ ਨੂੰ ਹੀ ਆ ਤਾਂ ਪੈਸਾ ਸਰਕਾਰੀ ਖਜ਼ਾਨੇ 'ਚ ਆਉਣਾ ਚਾਹੀਦਾ, ਤਾਂ ਉੱਥੋਂ ਵੀ 10-11 ਹਜ਼ਾਰ ਕਰੋੜ ਰੁਪਈਆ ਪੰਜਾਬ ਸਰਕਾਰ ਜਿਹੜੀ ਉਹ ਕਮਾ ਸਕਦੀ ਸੀ। ਇਸ ਤੋਂ ਇਲਾਵਾ ਤਹਿਸੀਲਾਂ 'ਚੋਂ ਜਿਹੜੀ ਸਰਕਾਰ ਪੈਸੇ ਕਮਾਉਂਦੀ ਹੈਗੀ ਰਜਿਸਟਰੀਆਂ ਵਗੈਰਾ ਤੋਂ, ਤਾਂ ਉਹ ਸਿਸਟਮ ਦੇ ਵਿੱਚ ਸੁਧਾਰ ਕਰਕੇ ਉੱਥੋਂ ਪੈਸਾ ਕੱਢਿਆ ਜਾ ਸਕਦਾ ਗਾ। ਤੇ ਸਭ ਤੋਂ ਵੱਡੀ ਗੱਲ ਕਰਪਸ਼ਨ ਤੇ VIP ਕਲਚਰ, ਜਿਹਨੂੰ ਖਤਮ ਕਰਨ ਦਾ ਵਾਅਦਾ ਕਾਂਗਰਸ ਪਾਰਟੀ ਨੇ ਕੀਤਾ ਸੀ, ਪਰ ਇਹ ਪੂਰੇ ਭਾਰਤ ਦੀ ਸਮੱਸਿਆ ਗਈ ਤੇ ਬੜੀ ਗੰਭੀਰ ਸਮੱਸਿਆ ਗਈ ਕਿ ਭਾਰਤ ਦੇ ਵਿੱਚ VIPs ਵੀ ਦੁਨੀਆ 'ਚ ਸਭ ਤੋਂ ਵੱਧ ਨੇ ਤੇ ਇੱਥੇ ਕਰਪਸ਼ਨ ਵੀ ਦੁਨੀਆ ਦੇ ਜਿਹੜੇ ਹੈਗੇ ਵੱਡੇ ਮੁਲਕਾਂ 'ਚੋਂ ਸਭ ਤੋਂ ਵੱਧ ਹੈਗੀ। ਕਿਉਂਕਿ ਭਾਰਤ ਨੂੰ ਅਸੀਂ ਛੋਟੇ ਅਫਗਾਨਿਸਤਾਨ ਨਾਲ ਕੰਪੇਅਰ ਤਾਂ ਨਹੀਂ ਹੁਣ ਕਰ ਸਕਦੇ, ਜੇ ਅਸੀਂ ਅਮਰੀਕਾ ਕੈਨੇਡਾ ਨਾਲ ਕੰਪੇਅਰ ਕਰਦੇ ਹਾਂ ਤਾਂ ਕਰਪਸ਼ਨ ਜਿਹੜੀ ਹੈਗੀ ਇੱਥੇ ਇੱਕ ਵੱਡੀ ਸਮੱਸਿਆ ਹੈ। ਤਾਂ ਉਹਨਾਂ ਨੂੰ ਸੁਧਾਰਨ ਦੀ ਗੱਲ ਪੰਜਾਬ 'ਚ ਹੋਣੀ ਚਾਹੀਦੀ ਸੀ। ਤਾਂ ਉਹਦੇ ਬਾਅਦ ਅਸੀਂ ਕਾਰਪੋਰੇਟ ਘਰਾਣੇ ਲਿਆਈਏ, ਪਰ ਨਾਲੋਂ ਨਾਲ ਅਸੀਂ ਲੋਕਾਂ ਦਾ ਖਿਆਲ ਵੀ ਜਿਹੜਾ ਜ਼ਰੂਰ ਰੱਖੀਏ ਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਗਾ, ਪੰਜਾਬ ਦੇ ਕਿਸਾਨਾਂ ਲਈ ਕੀ ਕਰੀਏ, ਕਿਉਂਕਿ ਕਿਸਾਨਾਂ ਦੇ ਨਾਲ ਹਰ ਸਰਕਾਰ ਵਾਅਦਾ ਕਰਦੀ ਹੈ ਪਰ ਉਹ ਪੂਰਾ ਨਹੀਂ ਹੁੰਦਾ। ਹੁਣ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਹਾਂਗਕਾਂਗ ਗਏ ਇੱਕ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕਰਨ, ਉਹਦੇ ਬਾਅਦ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ, ਉੱਥੋਂ ਖਾਲੀ ਹੱਥ ਵਾਪਸ ਆਏ। ਪਰ ਹੁਣ ਭਾਰਤ ਇੱਕ ਅਮਰੀਕਾ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਰ ਰਿਹਾ ਗਾ, ਉਸ ਮੁਲਕ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਰ ਰਿਹਾ ਜਿਹੜਾ $300 ਬਿਲੀਅਨ ਤੋਂ ਉੱਪਰ ਦੀ ਸਬਸਿਡੀ ਦਿੰਦਾ ਆਪਦੇ ਕਿਸਾਨਾਂ ਨੂੰ। ਜਦੋਂ ਸਬਸਿਡੀ ਦੇਣ ਵਾਲੇ ਕਿਸਾਨਾਂ ਦੀ ਫਸਲ ਇੱਥੇ ਆਊਗੀ ਤਾਂ ਇੱਥੋਂ ਦੇ ਕਿਸਾਨਾਂ ਦਾ ਕੀ ਬਣੂਗਾ। ਤੇ ਇਸ ਕਰਕੇ ਸਾਰੀਆਂ ਸਰਕਾਰਾਂ ਦੀ ਨੀਅਤ 'ਚ ਹੀ ਖੋਟ ਲੱਗਦੀ ਹੈ ਮੈਨੂੰ। ਤੇ ਮੋਂਟੇਕ ਸਿੰਘ ਆਹਲੂਵਾਲੀਆ ਦੀ ਜਿਹੜੀ ਰਿਪੋਰਟ ਹੈਗੀ ਉਹ ਪੰਜਾਬ ਦੀ ਆਰਥਿਕਤਾ ਨੂੰ ਜ਼ਰੂਰ ਸੁਧਾਰ ਸਕਦੀ ਹੈ, ਪਰ ਇਹਦੇ ਨਾਲ ਲੋਕਾਂ ਤੇ ਜਿਹੜੀ ਉਹ ਸੱਟ ਜ਼ਰੂਰ ਮਾਰੂਗੀ, ਲੋਕਾਂ ਤੇ ਬੋਝ ਜਿਹੜਾ ਜ਼ਰੂਰ ਪਾਊਗੀ। ਬੇਸ਼ੱਕ ਉਹ ਬਿਜਲੀ ਸੈਕਟਰ 'ਚ ਹੋਵੇ ਜਾਂ ਖੇਤੀ ਸੈਕਟਰ 'ਚ ਹੋਵੇ, ਕਿਸੇ ਵੀ ਸੈਕਟਰ 'ਚ ਹੋਵੇ, ਜਿਹੜਾ ਬੋਝ ਜਿਹੜਾ ਜ਼ਰੂਰ ਪਾਊਗੀ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਜਿਹੜਾ ਅਮਰੀਕਾ ਦੇ ਨਾਲ ਕੰਟਰੈਕਟ ਕਰਨ ਜਾ ਰਹੇ ਨੇ ਫ੍ਰੀ ਟ੍ਰੇਡ ਦਾ, ਜਿਹੜੀ ਗੱਲ ਚਰਚਾ ਚੱਲ ਰਹੀ ਹੈ, ਤਾਂ ਉਹਦੇ ਨਾਲ ਪੰਜਾਬ ਦਾ ਡੈਰੀ ਉਦਯੋਗ ਵੀ ਤਬਾਹ ਹੋਊਗਾ, ਉਹਦੇ ਨਾਲ ਪੰਜਾਬ ਦਾ ਕਿਸਾਨ ਵੀ ਤਬਾਹ ਹੋਊਗਾ, ਇੰਡੀਆ ਦਾ ਕਿਸਾਨ ਤੇ ਇੰਡੀਆ ਦਾ ਡੈਰੀ ਉਦਯੋਗ ਤਬਾਹ ਹੋਊਗਾ। ਕਿਉਂਕਿ ਜਦੋਂ $300 ਬਿਲੀਅਨ ਦੀ ਸਬਸਿਡੀ ਵਾਲੇ ਮੁਲਕ ਦੀਆਂ ਫਸਲਾਂ ਇੱਥੇ ਆਉਣਗੀਆਂ ਤਾਂ ਉਹ ਮੁਫਤ ਦੇ ਭਾਅ ਪੈਣੀਆਂ, ਸਰਕਾਰ ਨੂੰ ਬਹੁਤ ਜ਼ਿਆਦਾ ਸਸਤੀਆਂ ਪੈਣੀਆਂ ਨੇ। ਤੇ ਇਸ ਕਰਕੇ ਇਹੀ ਹੈ ਕਿ
ਜਿੰਨੇ ਵੀ ਅਰਥ ਸ਼ਾਸਤਰੀ ਨੇ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਨਜ਼ਰੀਏ ਨਾਲ ਭਾਰਤ ਨੂੰ ਦੇਖਣ ਦੀ ਥਾਂ ਤੇ ਆਮ ਲੋਕਾਂ ਦੇ ਨਜ਼ਰੀਏ ਦੇ ਨਾਲ ਭਾਰਤ ਨੂੰ ਦੇਖਣਾ ਚਾਹੀਦਾ ਹੈ, ਕਿਉਂਕਿ ਸਰਕਾਰਾਂ ਪਬਲਿਕ ਡੋਮੇਨ ਦੇ ਵਿੱਚ ਨੇ, ਪਬਲਿਕ ਦੀ ਸਰਵਿਸ ਵਾਸਤੇ ਨੇ, ਪਬਲਿਕ ਦੀਆਂ ਸਹੂਲਤਾਂ ਦੇਣ ਵਾਸਤੇ ਹੈ। ਤੇ ਇਸ ਕਰਕੇ ਪਬਲਿਕ ਦਾ ਖਿਆਲ ਜਿਹੜਾ ਹਰ ਰਿਪੋਰਟ ਦੇ ਵਿੱਚ ਜ਼ਰੂਰ ਰੱਖਿਆ ਜਾਣਾ ਚਾਹੀਦਾ। ਤੇ ਮੈਨੂੰ ਲੱਗਦਾ ਕਿ ਇਹਦੇ 'ਚ ਪਬਲਿਕ ਦਾ ਖਿਆਲ ਨਹੀਂ ਰੱਖਿਆ ਗਿਆ, ਸਿਰਫ ਸਰਕਾਰੀ ਖਜ਼ਾਨਾ ਭਰਨ ਤੇ ਧਿਆਨ ਜਿਹੜਾ ਉਹ ਕੇਂਦਰਿਤ ਕੀਤਾ ਗਿਆ। ਅੱਜ ਜੀ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਸੀ ਭਾਰਤ ਦੇ ਵਿੱਚ ਤਾਂ ਉਸ ਵੇਲੇ ਇੱਕ ਕਾਨੂੰਨ ਬਣਾਇਆ ਗਿਆ ਸੀ ਕਿ ਜਿਹੜੀਆਂ ਧੀਆਂ ਨੇ ਉਹ ਮਾਤਾ ਪਿਤਾ ਦੀ ਜਾਇਦਾਦ ਦੇ ਵਿੱਚੋਂ ਬਰਾਬਰ ਦਾ ਹਿੱਸਾ ਲੈ ਸਕਦੀਆਂ ਨੇ। ਤੇ ਅੱਜ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਨੇ ਧੀਆਂ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਧੀਆਂ ਮਾਤਾ ਪਿਤਾ ਦੀ ਜਾਇਦਾਦ ਦੇ ਵਿੱਚੋਂ ਬਰਾਬਰ ਦਾ ਹਿੱਸਾ ਲੈ ਸਕਦੀਆਂ ਨੇ। ਤੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਹਵਾਲਾ ਦਿੱਤਾ ਹੈ ਕਿ ਜਦੋਂ ਲੜਕੇ ਦਾ ਵਿਆਹ ਹੋ ਜਾਂਦਾ ਹੈ ਤੇ ਅਕਸਰ ਹੀ ਉਹਦੇ ਜਿਹੜਾ ਬਿਹੇਵੀਅਰ ਹੈ, ਉਹਦਾ ਜਿਹੜਾ ਵਤੀਰਾ ਹੈ, ਉਹ ਬਦਲ ਜਾਂਦਾ ਹੈ। ਇਸੇ ਨੂੰ ਮੁੱਖ ਰੱਖਦੇ ਹੋਏ ਸ਼ਾਇਦ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈ। ਨਹੀਂ ਜੀ, ਦੇਖੋ ਜਦੋਂ ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ ਸਾਡੇ ਸਮਾਜ ਦੇ ਵਿੱਚ, ਅਸੀਂ ਟੀਵੀ ਡਿਬੇਟਾਂ ਤੇ ਵੀ ਕਹਿ ਦਿੰਦੇ ਹਾਂ ਕਿ ਬਰਾਬਰਤਾ ਜ਼ਰੂਰੀ ਹੁੰਦੀ ਹੈ ਤੇ ਬਰਾਬਰਤਾ ਹੈ ਵੀ, ਪਰ ਬਰਾਬਰਤਾ ਉਸ ਹੱਦ ਤੱਕ ਨਾ ਤਾਂ ਅਸੀਂ ਦੇ ਚੁੱਕੇ ਹਾਂ। ਜਿੱਡੇ ਵੀ ਪ੍ਰੋਗਰੈਸਿਵ ਲੋਕ ਹੋਣ, ਜਿੰਨੇ ਵੀ ਅਗਾਂਹ-ਵਧੂ ਲੋਕ ਹੋਣ, ਪਰ ਜਦੋਂ ਉਹਨਾਂ ਦੀ ਭੈਣ ਆ ਕੇ ਪ੍ਰਾਪਰਟੀ 'ਚੋਂ ਹਿੱਸਾ ਮੰਗਦੀ ਹੈ ਤਾਂ ਰਿਸ਼ਤੇ ਆਖਰਕਾਰ ਫਿੱਕੇ ਪੈ ਜਾਂਦੇ ਨੇ। ਭੈਣ ਉਨਾ ਸਮਾਂ ਤੱਕ ਬਹੁਤ ਪਿਆਰੀ ਹੁੰਦੀ ਹੈ ਜਦੋਂ ਤੱਕ ਉਹ ਸਿਰਫ ਆਉਂਦੀ ਜਾਂਦੀ ਹੈ, ਮਿਲਦੀ ਗਿਲਦੀ ਹੈ, ਦੁੱਖ ਸੁੱਖ ਸਾਂਝੇ ਕਰਦੀ ਹੈ, ਪਰ ਜਦੋਂ ਉਹ ਕਹਿੰਦੀ ਹੈ ਕਿ ਸਾਡੇ ਪਿਓ ਦੀ ਇੰਨੀ ਪ੍ਰਾਪਰਟੀ ਸੀ ਤੇ ਅਸੀਂ 2 ਭੈਣ ਭਾਈ ਆ ਤੇ ਇਸ ਕਰਕੇ ਮੇਰਾ ਵੀ ਜਿਹੜਾ 50% ਦਾ ਹਿੱਸਾ ਇਸ ਪ੍ਰਾਪਰਟੀ 'ਚ ਬਣਦਾਗਾ, ਭਾਰਤੀ ਕਾਨੂੰਨ ਅਨੁਸਾਰ ਬਣਦਾਗਾ, ਤਾਂ ਉੱਥੇ ਜਿੰਨਾ ਮਰਜ਼ੀ ਜਿਹੜਾ ਖੁੱਲੇ ਵਿਚਾਰਾਂ ਦਾ ਵਿਅਕਤੀ ਹੋਵੇ, ਪਰ ਜਦੋਂ ਆਰਥਿਕਤਾ ਦੀ ਗੱਲ ਆਉਂਦੀ ਹੈ, ਜਦੋਂ ਪ੍ਰਾਪਰਟੀ ਦੀ ਗੱਲ ਆਉਂਦੀ ਹੈਗੀ, ਤਾਂ ਉਹਦੇ 'ਚ ਰਿਸ਼ਤੇ ਜਿਹੜੇ ਫਿੱਕੇ ਪੈ ਜਾਂਦੇ ਨੇ। ਫਿਰ ਉਹਨੂੰ ਇਹ ਲੱਗਦਾ ਕਿ ਭੈਣ ਜਿਹੜਾ ਮੇਰਾ ਹੱਕ ਮਾਰ ਕੇ ਜਾ ਰਹੀ ਹੈ। ਤੇ ਕਈ ਲੋਕ ਇਹ ਕਹਿੰਦੇ ਦੇਖਦੇ ਨੇ ਕਿ ਅਸੀਂ ਕੁੜੀ ਦੇ ਵਿਆਹ ਤੇ 25-30 ਲੱਖ ਲਾਤਾ ਜੀ, ਤਾਂ ਹੁਣ ਇਹਦਾ ਪ੍ਰਾਪਰਟੀ 'ਚ ਕੀ ਹਿੱਸਾ, ਇਹਦੀ ਪ੍ਰਾਪਰਟੀ ਤਾਂ ਜਿਹੜੀ ਅੱਗੇ ਹੈਗੀ। ਪਰ ਜਿਹੜੇ ਆਪਣੇ ਘਰ ਵਾਲੇ ਦੇ ਨਾਲ ਮਿਲ ਕੇ ਉਹ ਹਿੱਸਾ ਮੰਗਦੀ, ਉਹ ਘਰ ਵਾਲਾ ਵੀ ਆਪਣੀ ਭੈਣ ਨੂੰ ਹਿੱਸਾ ਦੇਣ ਨੂੰ ਤਿਆਰ ਨਹੀਂ ਹੁੰਦਾ। ਤੇ ਇਸ ਕਰਕੇ ਸੁਪਰੀਮ ਕੋਰਟ ਦਾ ਫੈਸਲਾ ਆਇਆਗਾ ਜਿਹੜਾ 2005 ਦਾ ਹਿੰਦੂ ਪ੍ਰਾਪਰਟੀ ਐਕਟ ਹੈਗਾ, ਜਾਇਦਾਦ ਐਕਟ ਹੈਗਾ, ਉਹਦੇ ਅਧੀਨ ਆਇਆਗਾ। ਉਹ 'ਚ ਪੁੱਛਿਆ ਗਿਆ ਸੀ ਕਿ ਕੀ ਜਿਹੜੀਆਂ ਲੜਕੀਆਂ ਤੇ ਇਹ ਲਾਗੂ ਹੁੰਦਾ ਕਿ ਨਹੀਂ ਹੁੰਦਾ, ਕਿ ਉਹ ਪ੍ਰਾਪਰਟੀ 'ਚੋਂ ਹਿੱਸਾ ਲੈ ਸਕਦੀ ਹੈ ਜਾਂ ਨਹੀਂ ਲੈ ਸਕਦੀ। ਤਾਂ ਉਹਦੇ ਤੇ ਸੁਪਰੀਮ ਕੋਰਟ ਨੇ ਆਪਣਾ ਪੁਰਾਣਾ ਫੈਸਲਾ ਪਲਟ ਕੇ ਕਿਹਾ ਹੈ ਕਿ ਪਿਓ ਦੇ ਜਿਉਂਦੇ ਜੀ ਵੀ ਲੈ ਸਕਦੀ ਹੈ ਹਿੱਸਾ ਉਹ ਆਪਣਾ, ਕਿਉਂਕਿ ਕਾਨੂੰਨ ਮੁਤਾਬਕ ਉਹਦਾ ਬਣਦਾਗਾ, ਤੇ ਪਿਓ ਦੀ ਮੌਤ ਤੋਂ ਬਾਅਦ ਵੀ ਉਹ ਜਿਹੜਾ ਹਿੱਸਾ ਆਪਣਾ ਲੈ ਸਕਦੀ ਹੈ। ਅਤੇ ਇਸ ਤੋਂ ਇਲਾਵਾ ਜੋ ਵਿਆਹੀ ਗਈ ਹੈ, ਉਹਦਾ ਵਿਆਹ ਹੋ ਗਿਆ, ਉਹ ਅਗਲੇ ਪਰਿਵਾਰ 'ਚ ਚਲੀ ਗਈ ਹੈ, ਤਾਂ ਉਸ ਸਮੇਂ ਵੀ ਉਹ ਪ੍ਰਾਪਰਟੀ 'ਚੋਂ ਹਿੱਸਾ ਆਪਣਾ ਜਿਹੜਾ ਉਹ ਲੈ ਸਕਦੀ ਹੈ। ਪਰ ਅਰਸ਼ ਜੀ, ਇੱਥੇ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਹੈ ਕਿ ਲਾਲਚ ਵਸ ਕੁਝ ਅਜਿਹੀਆਂ ਭੈਣਾਂ ਜਾਂ ਅਜਿਹੀਆਂ ਧੀਆਂ ਵੀ ਹੋ ਸਕਦੀਆਂ ਨੇ ਜੋ ਲਾਲਚ ਵਸ ਆ ਕੇ ਇਸ ਕਾਨੂੰਨ ਦਾ ਨਾਜਾਇਜ਼ ਫਾਇਦਾ ਵੀ ਚੁੱਕ ਸਕਦੀਆਂ ਨੇ। ਨਹੀਂ ਦੇਖੋ ਜੀ, ਨਜਾਇਜ਼ ਫਾਇਦਾ ਤਾਂ ਕੀ ਚੁੱਕਿਆ ਜਾ ਸਕਦਾ ਹੈਗਾ। ਜਦੋਂ ਇੱਕ ਲਾਅ ਆ ਗਿਆ, ਕਿਸੇ ਦੇ ਫਾਦਰ ਕੋਲੇ 10 ਏਕੜ ਜ਼ਮੀਨ ਆ ਗਈ, 10 ਏਕੜ ਜ਼ਮੀਨ 'ਚੋਂ ਸਿੱਧੇ ਰੂਪ ਦੇ ਵਿੱਚ ਜੇ ਉਹ 2 ਭੈਣ ਭਾਈ ਆ ਤਾਂ 50% ਹਿੱਸਾ ਜਿਹੜਾ ਉਹ ਲੜਕੀ ਦਾ ਬਣਦਾਗਾ। ਜਾਂ ਇਹ ਕਹਿ ਲਓ ਕਿ ਉਹਨਾਂ ਦੀ ਮਾਤਾ ਜਿੰਦਾ ਗਈ, ਮਾਤਾ ਜੀਵਤ ਆ, ਤਾਂ ਮਾਤਾ ਦਾ ਹਿੱਸਾ ਵੀ ਬਣਦਾਗਾ। ਤਾਂ ਇਸ ਤਰ੍ਹਾਂ 32-33% ਹਿੱਸਾ ਜਿਹੜਾ ਉਹ ਲੜਕੀ ਦਾ ਬਣਦਾਗਾ। ਤਾਂ ਆਪਾਂ ਲਾਲਚ ਦੀ ਨਜ਼ਰ ਨਾਲ ਇਹਨੂੰ ਤਾਂ ਦੇਖ ਲੈਂਦੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਉਨੀ ਖੁੱਲ ਨਹੀਂ ਹੈ। ਸਾਡੇ ਸਮਾਜ ਦੇ ਵਿੱਚ ਜਦੋਂ ਕੁੜੀ ਆਪਣਾ ਹਿੱਸਾ ਮੰਗਦੀ ਹੈ ਤਾਂ ਉਹਨੂੰ ਇਹ ਕਿਹਾ ਜਾਂਦਾ ਕਿ ਇਹ ਲਾਲਚੀ ਹੈ ਜੀ, ਤੇਰੇ ਕੋਲੇ ਸਹੁਰਿਆਂ ਕੋਲੇ ਇੰਨੀ ਪ੍ਰਾਪਰਟੀ ਆ, ਤੇਰੇ ਕੋਲੇ ਤੈਨੂੰ ਚੰਗੇ ਘਰੇ ਵਿਆਹ ਹੈ, ਚੰਗਾ ਸਭ ਕੁਝ ਕੀਤਾ, ਤਾਂ ਹੁਣ ਤੇਰਾ ਪ੍ਰਾਪਰਟੀ 'ਚੋਂ ਹਿੱਸਾ ਕਾਹਦਾ। ਪਰ ਕਾਨੂੰਨ ਦੀ ਨਜ਼ਰ ਦੇ ਨਾਲ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਦੇ ਅਨੁਸਾਰ ਇਹੀ ਹੈ ਕਿ 2005 ਦਾ ਜਿਹੜਾ ਹਿੰਦੂ ਪ੍ਰਾਪਰਟੀ ਐਕਟ ਹੈਗਾ ਉਹਦੇ ਅਨੁਸਾਰ ਲੜਕੀ ਜਿਹੜੀ ਹੈ ਉਹ ਪਿਓ ਦੀ ਜਾਇਦਾਦ ਚੋਂ, ਜੱਦੀ ਜਾਇਦਾਦ ਤੋਂ ਹਿੱਸੇ ਉਹਨੂੰ ਮਿਲਣਾ ਹੀ ਮਿਲਣਾਗਾ। ਜਿਹੜੀ ਉਹਦੀ ਫਾਦਰ ਦੀ ਜਾਇਦਾਦ ਹੈਗੀ ਜਾਂ ਜਿਹੜੀ ਉਹਨਾਂ ਦੀ ਪੁਰਖਿਆਂ ਦੀ ਜਾਇਦਾਦ ਹੈਗੀ, ਅਚਲ ਪ੍ਰਾਪਰਟੀ ਹੈਗੀ ਜਿਹੜੀ, ਉਹਦੇ ਅਨੁਸਾਰ ਵੀ ਉਹਨੂੰ ਹਿੱਸਾ ਮਿਲਣਾ ਹੀ ਮਿਲਣਾ। ਤੇ ਜੇ ਅਸੀਂ ਸਮਾਜ ਦੀ ਬਰਾਬਰਤਾ ਦੀ ਗੱਲ ਕਰਦੇ ਹਾਂ, ਸਮਾਜ ਨੂੰ ਇੱਕ ਨਜ਼ਰੀਏ 'ਚ ਬੰਨਣ ਦੀ ਗੱਲ ਕਰਦੇ ਆ, ਤਾਂ ਉੱਥੇ ਆ ਕੇ ਲੜਕੀ ਨੂੰ ਹਿੱਸਾ ਜਿਹੜਾ ਉਹ ਮਿਲਣਾ ਚਾਹੀਦਾ ਕਿ ਉਹ ਉਹਦੀ ਇੱਛਾ ਹੈ ਉਹਦੇ ਬਾਅਦ ਕਿ ਉਹਨੇ ਲੈ ਕੇ ਜਾਣਾ ਉਹ ਹਿੱਸਾ ਜਾਂ ਆਪਣੇ ਭਰਾ ਦੇ ਨਾਂ ਕਰਵਾ ਕੇ ਜਾਣਾਗਾ। ਉਹ ਉਹਦੀ ਖੁਸ਼ੀ ਹੈਗੀ, ਉਹ ਉਹਦੀ ਜਿਹੜੀ ਹੈਗੀ ਆ ਸਮਝ ਹੈਗੀ, ਉਹਨੂੰ ਜਿਸ ਤਰ੍ਹਾਂ ਠੀਕ ਲੱਗਦਾ ਉਹ ਕਰੇ। ਪਰ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ, ਸੁਪਰੀਮ ਕੋਰਟ ਨੇ ਇਹੀ ਫੈਸਲਾ ਸੁਣਾਇਆਗਾ ਕਿ ਲੜਕੀ ਦਾ ਵੀ ਬਰਾਬਰ ਦਾ ਹੱਕ ਹੈਗਾ, ਭਾਵੇਂ ਉਹ ਵਿਆਹੀ ਹੈ ਜਾਂ ਕੁਆਰੀ ਹੈ ਜਾਂ ਕੁਝ ਵੀ ਹੈ, ਪਿਤਾ ਦੀ ਪ੍ਰਾਪਰਟੀ ਤੇ ਉਹਦਾ ਬਰਾਬਰ ਦਾ ਹਿੱਸਾ ਹੈਗਾ, ਉਹਨੂੰ ਮਿਲੇਗਾ। ਇਹਦੇ ਬਾਅਦ ਉਹਦੀ ਖੁਸ਼ੀ ਆ ਗਈ, ਆਜ਼ਾਦੀ ਆ ਗਈ ਲੜਕੀ ਦੀ ਕਿ ਉਹਨੇ ਆਪਣੇ ਬ੍ਰਦਰ ਦੇ ਨਾਮ ਉਹ ਪ੍ਰਾਪਰਟੀ ਕਰਵਾ ਕੇ ਜਾਣੀ ਹੈ ਜਾਂ ਉਹਨੂੰ ਸੇਲ ਕਰਕੇ ਆਪਣੇ ਨਾਲ ਪੈਸੇ ਲੈ ਕੇ ਜਾਣੇ, ਜਾਂ ਉਹ ਪ੍ਰਾਪਰਟੀ ਜਿਹੜੀ ਉਸੇ ਤਰ੍ਹਾਂ ਉਹਨੇ ਮੇਨਟੇਨ ਰੱਖਣੀ ਹੈਗੀ। ਤੇ ਇਸ ਕਰਕੇ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਸਮਾਜ ਨੂੰ ਇੱਕ ਬਰਾਬਰਤਾ ਦੇ ਨਜ਼ਰੀਏ 'ਚ ਬੰਨਣ ਵਾਲਾ ਹੈਗਾ। ਤੇ ਇਹਦੇ ਤੇ ਕਈ ਕਿਸਮ ਦੀਆਂ ਡਿਸਕਸ਼ਨ ਜਿਹੜੀਆਂ ਸਮਾਜ ਦੇ ਵਿੱਚ ਚੱਲਣਗੀਆਂ। ਕੁਝ ਲੋਕ ਕਹਿਣਗੇ ਕਿ ਲੜਕੀ ਦੇ ਵਿਆਹ ਤੇ 40-50 ਲੱਖ ਲਾਈਦਾ ਜੀ, ਠੀਕ ਹੈ, ਕਰਜ਼ਾ ਚੱਕ ਕੇ ਲਾਈਦਾ ਜੀ, ਤਾਂ ਇਸ ਕਰਕੇ ਕੁੜੀ ਦਾ ਪ੍ਰਾਪਰਟੀ ਤੇ ਕਾਹਦਾ ਹਿੱਸਾ। ਕੁੜੀ ਦਾ ਹੱਕ ਬਣਦਾ ਕਿ ਆਪਣੇ ਭਰਾ ਦੇ ਨਾਮ ਉਹ ਪ੍ਰਾਪਰਟੀ ਕਰਵਾ
ਕੇ ਜਾਵੇ। ਪਰ ਜਦੋਂ ਆਪਾਂ ਕਾਨੂੰਨ ਦੇ ਨਜ਼ਰੀਏ ਨਾਲ ਦੇਖਦੇ ਹਾਂ ਤਾਂ ਲੜਕੀ ਨੇ ਵੀ ਉਸੇ ਘਰ 'ਚ ਕੰਮ ਕੀਤਾ ਸਾਰੀ ਉਮਰ, ਆਪਣੇ ਪਰਿਵਾਰ ਦੇ ਨਾਲ ਮਿਹਨਤ ਕੀਤੀ ਹੈ। ਜੇ ਪਰਿਵਾਰ ਨੇ ਕਮਾਈ ਕੀਤੀ ਹੈ ਤਾਂ ਉਹ ਪ੍ਰਾਪਰਟੀ ਕਾਨੂੰਨ ਮੁਤਾਬਕ ਉਹਦੀ ਵੀ ਸੀ 19 ਵਿੱਚੋਂ ਹਿੱਸੇ, ਤਾਂ ਉਹਦੇ ਹਿੱਸੇ ਦੀ ਕਮਾਈ ਅਸੀਂ ਉਹਦੇ ਵਿਆਹ ਤੇ ਲਾਈ ਹੈਗੀ ਤੇ ਇਸ ਕਰਕੇ ਉਹਦਾ ਪ੍ਰਾਪਰਟੀ ਤੇ ਹੱਕ ਬਣਦਾਗਾ। ਤੇ ਇਸ ਕਰਕੇ ਕਈ ਕਿਸਮ ਦੀਆਂ ਡਿਬੇਟਾਂ ਨੇ, ਕਈ ਕਿਸਮ ਦੇ ਕਲਚਰ ਨੇ ਸਾਡੇ ਸਮਾਜ ਦੇ ਵਿੱਚ, ਬਹੁਤ ਕੁਝ ਹੈ ਇੱਥੇ, ਬਹੁਤ ਰੰਗਾ ਭਾਰਤ ਹੈ, ਬਹੁਤ ਰੰਗੀ ਸੋਚ ਹੈ ਤੇ ਹਰ ਇੱਕ ਨੂੰ ਫਰੀडम ਆਫ ਐਕਸਪ੍ਰੈਸ਼ਨ ਹੈ ਕਿ ਉਹ ਆਪਣੇ ਵਿਚਾਰ ਦੇ ਸਕਦਾਗਾ ਸੁਪਰੀਮ ਕੋਰਟ ਦੇ ਫੈਸਲੇ ਤੇ ਵੀ। ਪਰ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਹੈਗਾਗਾ ਉਹ ਇੱਕ ਬਰਾਬਰਤਾ ਦੀ ਨਜ਼ਰ ਨਾਲ ਸਮਾਜ ਨੂੰ ਦੇਖਣ ਵਾਲਾ ਫੈਸਲਾ ਕਿ ਕੁੜੀ ਮੁੰਡਾ ਜਿਹੜਾ ਹੈਗਾ ਉਹ ਹਰ ਖੇਤਰ ਦੇ ਵਿੱਚ ਬਰਾਬਰ ਨੇ। ਜੇ ਪ੍ਰਾਪਰਟੀ ਦਾ ਮਸਲਾ ਹੈਗਾ ਤਾਂ ਉੱਥੇ ਵੀ ਕੁੜੀ ਜਿਹੜੀ ਆ ਉਹ ਬਰਾਬਰ ਦੀ ਹਿੱਸੇਦਾਰ ਹੈਗੀ। ਪਰ ਸਾਡੇ ਇਹ ਧਾਰਨਾ ਜ਼ਰੂਰ ਹੈ ਕਿ ਜੇ ਲੜਕੀ ਹਿੱਸਾ ਮੰਗ ਲੇ ਤਾਂ ਰਿਸ਼ਤਿਆਂ 'ਚ ਫਿੱਕ ਜਿਹੜੀ ਉਹ ਲਾਜ਼ਮੀ ਤੌਰ ਤੇ ਪੈਂਦੀ ਹੈ। ਸੁਖਪਾਲ ਸਿੰਘ ਖਹਿਰਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਨੇ, ਜੋ ਇੱਕ ਵਾਰ ਫਿਰ ਤੋਂ ਉਹਨਾਂ ਨੇ ਕਰਤਾਰਪੁਰ ਲਾਂਘੇ ਦਾ ਜਿਹੜਾ ਮੁੱਦਾ ਹੈ ਉਹ ਚੁੱਕਿਆ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਲੋਕਡਾਊਨ ਹੋਇਆ ਸੀ ਕਰੋਨਾ ਵਾਇਰਸ ਦੇ ਚੱਲਦੇ ਤੇ ਸਾਰਾ ਕੁਝ ਠੱਪ ਹੋ ਗਿਆ ਸੀ, ਸਾਰੇ ਕਾਰੋਬਾਰ ਅੰਡਰ ਲੌਕ ਹੋ ਗਏ ਸੀ ਤੇ ਹੁਣ ਜਦੋਂ ਹੌਲੀ-ਹੌਲੀ ਲੋਕਡਾਊਨ ਖੁੱਲਦਾ ਜਾ ਰਿਹਾ ਹੈ, ਅਨਲੌਕ ਦੇ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ, ਸਾਰਾ ਕੁਝ ਬਹੁਤ ਕੁਝ ਖੁੱਲ ਚੁੱਕਾ ਹੈ, ਪਰ ਕਰਤਾਰਪੁਰ ਲਾਂਘਾ ਜੋ ਅਜੇ ਵੀ ਨਹੀਂ ਖੁੱਲਿਆ। ਹਾਲਾਂਕਿ ਪਾਕਿਸਤਾਨ ਸਰਕਾਰ ਦੇ ਵੱਲੋਂ ਜਿਹੜਾ ਕਰਤਾਰਪੁਰ ਲਾਂਘਾ ਹੈ ਉਹ ਖੋਲ ਦਿੱਤਾ ਗਿਆ, ਪਰ ਭਾਰਤ ਸਰਕਾਰ ਦੇ ਵੱਲੋਂ ਇਸ ਨੂੰ ਖੋਲਣ ਲਈ ਨਾ ਤਾਂ ਹਜੇ ਕੋਈ ਬਿਆਨ ਸਾਹਮਣੇ ਆਇਆ ਹੈ ਤੇ ਨਾ ਹੀ ਕੋਈ ਸਪੈਸ਼ਲ ਸਟੇਟਮੈਂਟ ਸਾਹਮਣੇ ਆਈ ਹੈ ਕਿ ਕਦੋਂ ਖੁੱਲੇਗਾ। ਪਰ ਇਸੇ ਮੁੱਦੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ ਕਿ ਕਰਤਾਰਪੁਰ ਲਾਂਘਾ ਖੋਲਣ ਵੱਲ ਧਿਆਨ ਦਿੱਤਾ ਜਾਵੇ ਤੇ ਇਸੇ ਦੀ ਇੱਕ ਕਾਪੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜੀ ਹੈ। ਦੇਖੋ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਗਾ, ਇਹ ਅਰਦਾਸਾਂ ਤੋਂ ਬਾਅਦ ਲੰਮਾ ਸਮਾਂ ਅਰਦਾਸਾਂ ਕੀਤੀਆਂ ਜਥੇਦਾਰ ਵਡਾਲਾ ਸਾਹਿਬ ਨੇ, ਸਭ ਤੋਂ ਵੱਧ ਅਰਦਾਸਾਂ ਇਹਦੇ ਲਈ ਕੀਤੀਆਂ ਤੇ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਪਰ ਨਵਜੋਤ ਸਿੰਘ ਸਿੱਧੂ ਦਾ ਯੋਗਦਾਨ ਵੀ ਆਪਾਂ ਇਹ 'ਚ ਘੱਟ ਨਹੀਂ ਮੰਨ ਸਕਦੇ ਕਿ ਉਹ ਪਾਕਿਸਤਾਨ ਗਏ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਉਹਨਾਂ ਦੀ ਦੋਸਤੀ ਸੀ ਤੇ ਉੱਥੇ ਪਾਕਿਸਤਾਨ ਦੇ ਫੌਜ ਮੁਖੀ ਉਹਨਾਂ ਨੂੰ ਕਹਿੰਦੇ ਨੇ ਕਿ ਪਹਿਲੀ ਪਾਤਸ਼ਾਹੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਖੋਲਿਆ ਜਾਊਗਾ। ਕਰਤਾਰਪੁਰ ਸਾਹਿਬ ਜਿਹੜਾ ਉਹ ਸਥਾਨ ਹੈ ਜਿੱਥੇ ਪਹਿਲੀ ਪਾਤਸ਼ਾਹ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਬਤੀਤ ਕੀਤਾ ਤੇ ਉਹ ਲੰਮਾ ਸਮਾਂ ਉੱਥੇ ਰਹੇ, ਹੱਥੀ ਖੇਤੀ ਕੀਤੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਜਿਹੜਾ ਉਹਨਾਂ ਨੇ ਦਿੱਤਾ। ਤੇ ਇਸ ਕਰਕੇ ਕਰਤਾਰਪੁਰ ਸਾਹਿਬ ਦੀ ਮਹੱਤਤਾ ਜਿਹੜੀ ਹੈਗੀ ਆ ਉਹ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਹੈਗੀ। ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਰੋਜ਼ਾਨਾ ਸ਼ਰਧਾਲੂਆਂ ਨੂੰ ਜਿਹੜਾ ਸੀਗਾ ਉਹ $20 ਪੇ ਕਰਕੇ ਪਾਕਿਸਤਾਨ ਸਰਕਾਰ ਨੂੰ ਬਿਨਾਂ ਵੀਜ਼ੇ ਤੋਂ ਜਾਣ ਦੀ ਆਗਿਆ ਮਿਲੀ। ਪਰ ਕਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਜਿਹੜਾ ਸੀ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਕਿਉਂਕਿ ਭਾਰਤ ਸਰਕਾਰ ਨੇ ਸਾਰੇ ਧਾਰਮਿਕ ਸਥਾਨ ਬੰਦ ਕੀਤੇ ਤੇ ਲਾਂਘਾ ਜਿਹੜਾ ਇਹ ਭਾਰਤ ਪਾਕਿਸਤਾਨ ਸਰਹੱਦ ਦੇ ਵਿੱਚ ਹੈ ਤਾਂ ਪਾਕਿਸਤਾਨ ਦੇ ਲੋਕਾਂ ਦੇ ਨਾਲ ਵੀ ਜਿਹੜਾ ਉੱਥੇ ਜਾ ਕੇ ਮੇਲ ਮਿਲਾਪ ਹੁੰਦਾਗਾ ਕਿਉਂਕਿ ਪਾਕਿਸਤਾਨ ਦੇ ਲੋਕਾਂ ਨੂੰ ਵੀ ਜਿਹੜੀ ਆਉਣ ਦੀ ਆਗਿਆ ਗਈ ਕਰਤਾਰਪੁਰ ਸਾਹਿਬ, ਕਿਉਂਕਿ ਗੁਰੂ ਦਾ ਘਰ ਸਾਰੇ ਧਰਮਾਂ ਤੇ ਮਜ਼ਹਬਾਂ ਦੇ ਲਈ ਖੁੱਲਾ ਹੁੰਦਾਗਾ, ਤਾਂ ਹੀ ਗੁਰੂ ਘਰਾਂ ਦੇ ਵਿੱਚ 4 ਦਰਵਾਜ਼ੇ ਹੁੰਦੇ ਆ। ਤਾਂ ਇਸ ਕਰਕੇ ਭਾਰਤ ਸਰਕਾਰ ਨੇ ਇਹ ਲਾਂਘਾ ਵੀ ਬੰਦ ਕਰ ਦਿੱਤਾ ਸੀ। ਪਰ ਹੁਣ ਭਾਰਤ ਸਰਕਾਰ ਵੱਲੋਂ तमाम ਧਾਰਮਿਕ ਸਥਾਨ ਖੋਲੇ ਗਏ ਨੇ, ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਬਾਰੇ ਹਾਲੇ ਜਿਹੜਾ ਹੈਗਾ ਕੋਈ ਫੈਸਲਾ ਨਹੀਂ ਲਿਆ ਗਿਆ। ਕਰਤਾਰਪੁਰ ਸਾਹਿਬ ਦਾ ਲਾਂਘਾ ਹਾਲੇ ਵੀ ਬੰਦ ਹੈ। ਤੇ ਇਸੇ ਦੌਰਾਨ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨੇ ਕਿਉਂਕਿ ਝਾੜੂ ਦੇ ਚੋਣ ਨਿਸ਼ਾਨ ਤੇ ਜਿੱਤੇ ਹੋਏ ਨੇ ਤੇ ਉਹਨਾਂ ਦੇ ਸਮਰਥਨ 'ਚ ਜਿਹੜੇ 4 ਬਾਗੀ ਵਿਧਾਇਕ ਨੇ ਤਾਂ ਉਹਨਾਂ 5 ਵਿਧਾਇਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਚਿੱਠੀ ਦੇ ਵਿੱਚ ਉਹਨਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਮੰਗ ਕੀਤੀ ਹੈ ਤੇ ਇਹ ਕਿਹਾ ਕਿ ਇਹਦੇ ਲਈ ਜਿਹੜੇ ਪ੍ਰੀਕਾਸ਼ਨ ਨੇ ਉਹ ਵਰਤੇ ਜਾਣ। ਤੁਸੀਂ ਸ਼ਰਧਾਲੂ ਘਟਾ ਕੇ 500 ਕਰ ਦਿਓ ਇੱਕ ਦਿਨ ਦੇ ਜਥੇ, 20 25 ਵਿਅਕਤੀਆਂ ਦੇ ਜਥੇ ਜਾਣ ਤੇ ਉਹਨਾਂ ਦੀ ਟੈਸਟਿੰਗ ਹੋਵੇ, ਪ੍ਰੋਪਰ ਟੈਂਪਰੇਚਰ ਚੈੱਕ ਹੋਵੇ ਆਉਂਦੇ ਜਾਂਦਿਆਂ ਦਾ। ਤੇ ਇਸ ਕਰਕੇ ਇਹ ਲਾਂਘਾ ਜਿਹੜਾ ਖੋਲ ਦਿੱਤਾ ਜਾਵੇ। ਸੁਖਪਾਲ ਸਿੰਘ ਖਹਿਰਾ ਨੇ ਮੰਗ ਕੀਤੀ ਹੈਗੀ, ਠੀਕ ਹੈ ਹਰ ਸਿੱਖ ਚਾਹੁੰਦਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ, ਪਰ ਭਾਰਤ ਸਰਕਾਰ ਜਿਹੜੀ ਹੈ ਇਹ ਦੋਨੇ ਦੇਸ਼ਾਂ ਦੀ ਸਰਹੱਦ ਦੇ ਵਿੱਚ ਹੋਣ ਕਰਕੇ ਮੈਨੂੰ ਲੱਗਦਾ ਹਾਲੇ ਇਸ ਲਾਂਘੇ ਨੂੰ ਖੋਲਣ ਵੱਲ ਨਹੀਂ ਵੱਧ ਰਹੀ ਕਿਉਂਕਿ ਇੱਕ ਨਿਯਮ ਹੈ ਕਿ ਜੋ ਵੀ ਭਾਰਤ ਦੇ ਵਿੱਚ ਆਉਂਦਾਗਾ ਉਹਨੂੰ 14 ਦਿਨ ਤੱਕ ਹੋਮ ਕੁਆਰੰਟਾਈਨ ਦੇ ਵਿੱਚ ਰਹਿਣਾ ਪਊਗਾ ਤੇ ਜਿਹੜੇ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਦਿਦਾਰੇ ਕਰਕੇ ਸ਼ਰਧਾਲੂ ਆਉਣਗੇ ਤਾਂ ਉਹ ਵੀ ਇੱਕ ਦੂਜੇ ਮੁਲਕ ਤੋਂ ਜਿਹੜਾ ਹੈਗਾ ਵਾਪਸ ਭਾਰਤ ਆਉਣਗੇ, ਉੱਥੋਂ ਦੇ ਮੁਲਕ ਦੇ ਲੋਕਾਂ ਦੇ ਨਾਲ ਉਹਨਾਂ ਦਾ ਰਾਬਤਾ ਵੀ ਹੋਊਗਾ ਤੇ ਇਸ ਕਰਕੇ ਉਹਨਾਂ ਨੂੰ ਵੀ 14 ਦਿਨ ਕੁਆਰੰਟਾਈਨ ਦੇ ਵਿੱਚ ਰਹਿਣਾ ਪਏਗਾ। ਤੇ ਇਸ ਕਰਕੇ ਭਾਰਤ ਸਰਕਾਰ ਨੂੰ ਚਾਹੀਦਾ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਹੈਗਾ ਉਹ ਖੋਲ੍ਹਿਆ ਜਾਵੇ ਕਿਉਂਕਿ ਹਰ ਸਿੱਖ ਜਿਹੜਾ ਹੈਗਾ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨੇ ਲੋਚਦਾਗਾ ਤੇ ਇਸ ਮੁੱਦੇ ਤੇ ਸਿਆਸਤ ਬਿਲਕੁਲ ਨਾ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਸਿੱਖ ਜਾਂਦਾਗਾ ਉਹ ਧਾਰਮਿਕ ਸ਼ਰਧਾ ਲੈ ਕੇ ਜਾਂਦਾਗਾ, ਪਹਿਲੀ ਪਾਤਸ਼ਾਹੀ ਦੇ ਸਥਾਨ ਤੇ ਜਿਹੜਾ ਹੈਗਾ ਨਤਮਸਤਕ ਹੋਣ ਲਈ ਜਾਂਦਾਗਾ। ਤਾਂ ਪਰ
ਇਹਦੇ ਨਾਲ ਇਹ ਹੈ ਕਿ ਜਿਹੜੀ ਉਹਨਾਂ ਨੇ ਵਾਜਬ ਮੰਗ ਉਠਾਈ ਹੈ ਕਿ ਤੁਸੀਂ ਸ਼ਰਧਾਲੂਆਂ ਦੀ ਗਿਣਤੀ ਘਟਾ ਦਿਓ। ਇੱਕ ਤਾਂ ਇੱਕ ਜਥੇ ਜਿਹੜੇ ਨੇ ਉਹ 14 15 ਸ਼ਰਧਾਲੂਆਂ ਦੇ ਜਥੇ ਕਰ ਦਿਓ ਕਿ ਪ੍ਰੋਪਰ ਮੇਨਟੇਨ ਹੋ ਸਕੇ ਡਿਸਟੈਂਸ। ਤੇ ਪਾਕਿਸਤਾਨ ਸਰਕਾਰ ਦੇ ਨਾਲ ਰਾਬਤਾ ਬਣਾ ਕੇ ਉਧਰ ਵੀ ਜਿਹੜਾ ਹੈਗਾ ਇਹ ਪ੍ਰੋਟੋਕੋਲ ਲਾਗੂ ਕਰਵਾਏ ਜਾਣ ਕਿ ਉੱਥੇ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਧਿਆਨ ਹੈ ਉਹ ਰੱਖਿਆ ਜਾਵੇ ਖਾਸ ਕਰਕੇ। ਤੇ ਟੈਸਟਿੰਗ ਜਿਹੜੀ ਸ਼ਰਧਾਲੂਆਂ ਦੀ ਜਾਂਦੇ ਹੋਏ ਵੀ ਕੀਤੀ ਜਾਵੇ ਤੇ ਆਉਣ ਤੋਂ ਬਾਅਦ ਜਿਹੜਾ ਹੈਗਾ ਸ਼ਰਧਾਲੂਆਂ ਨੂੰ 14 ਦਿਨ ਕੁਆਰੰਟਾਈਨ ਦੇ ਵਿੱਚ ਉਹ ਰੱਖਣਾ ਹੀ ਪੈਣਾ ਹੈਗਾ। ਉਹ ਵਰਲਡ ਵਾਈਡ ਰੂਲ ਹੈਗਾ। ਤੇ ਇਸ ਕਰਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਬਾਰੇ ਚਰਚਾ ਚੱਲ ਪਈ ਹੈ। ਸੋ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਇਦ ਇਹ ਮੁੱਦਾ ਹੁਣ ਪ੍ਰਧਾਨ ਮੰਤਰੀ ਕੋਲੇ ਉਠਾਉਣਗੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖੀ ਹੈ। ਪਰ ਕੋਵਿਡ-19 ਮਹਾਮਾਰੀ ਦੇ ਡਰ ਕਾਰਨ ਸ਼ਾਇਦ ਦੋਵੇਂ ਸਰਕਾਰਾਂ ਜਿਹੜੀਆਂ ਹੈਗੀਆਂ ਇਹ ਲਾਂਘਾ ਖੋਲਣ ਤੋਂ ਹਲੇ ਝਿਜਕ ਰਹੀਆਂ ਸੀ। ਪਰ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਜਦੋਂ ਸਾਰੇ ਧਾਰਮਿਕ ਸਥਾਨ ਖੁੱਲ ਗਏ ਤਾਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਵੀ ਖੁੱਲਣਾ ਚਾਹੀਦਾ ਹੈ। ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਰੂਲ ਰੈਗੂਲੇਸ਼ਨ ਬਣਾ ਕੇ ਪ੍ਰੋਟੋਕੋਲ ਬਣਾ ਕੇ ਲਾਂਘਾ ਖੋਲ ਦਿੱਤਾ ਜਾਵੇ। ਸ਼ਰਧਾਲੂਆਂ ਦੇ ਜਥਿਆਂ ਦੀ ਗਿਣਤੀ ਘਟਾਈ ਜਾਵੇ। ਸ਼ਰਧਾਲੂਆਂ ਦੀ ਗਿਣਤੀ ਘਟਾਈ ਜਾਵੇ ਕਿ 500-700 ਸ਼ਰਧਾਲੂ ਰੋਜ਼ਾਨਾ ਜਾ ਸਕਦਾ ਹੈ। ਤੇ ਇੱਕ ਕੁਆਰੰਟਾਈਨ ਸੈਂਟਰ ਦਾ ਪ੍ਰਬੰਧ ਉੱਥੇ ਕਰ ਦਿੱਤਾ ਜਾਵੇ ਸਰਹੱਦ ਦੇ ਨੇੜੇ ਹੀ ਕਿ ਤਾਂ ਕਿ ਜਿਹੜਾ ਹੈਗਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਬਣਾ ਕੇ ਉੱਥੇ ਗੁਰਦੁਆਰਾ ਬੇਰ ਸਾਹਿਬ ਦੇ ਲਾਗੇ ਤਾਂ ਕਿ ਸੁਲਤਾਨਪੁਰ ਲੋਧੀ 'ਚ ਜਾਂ ਡੇਰਾ ਬਾਬਾ ਨਾਨਕ ਜਮਾਂ ਨੇੜੇ ਪੈਂਦਾ ਗਾ ਡੇਰਾ ਬਾਬਾ ਨਾਨਕ ਦੇ ਆਸੇ-ਪਾਸੇ ਉੱਥੇ ਕੁਆਰੰਟਾਈਨ ਸੈਂਟਰ ਬਣਾ ਕੇ ਸ਼ਰਧਾਲੂਆਂ ਨੂੰ ਕੁਆਰੰਟਾਈਨ 'ਚ ਰੱਖਿਆ ਜਾਵੇ ਤੇ ਲਾਂਘਾ ਜਿਹੜਾ ਖੋਲ ਦਿੱਤਾ ਜਾਵੇ। ਕੋਈ ਬੜਾ ਵੱਡਾ ਮਸਲਾ ਨਹੀਂ ਹੈ ਇਹ ਕਿਉਂਕਿ ਲਾਂਘਾ ਆਲਰੇਡੀ ਚੱਲਦਾ ਗਾ। ਪਾਕਿਸਤਾਨ ਵੱਲੋਂ ਜਿਹੜਾ ਹੈਗਾ ਉਹ ਖੋਲ ਦਿੱਤਾ ਗਿਆ ਹੈ ਤੇ ਭਾਰਤ ਵਾਲੇ ਪਾਸੇ ਬੰਦ ਹੈ। ਤੇ ਉਮੀਦ ਹੈ ਕਿ ਚਿੱਠੀ ਸੁਖਪਾਲ ਸਿੰਘ ਖਹਿਰਾ ਨੇ ਲਿਖੀ ਹੈ ਤੇ ਭਾਰਤ ਸਰਕਾਰ ਇਹ ਤੇ ਜ਼ਰੂਰ ਗੌਰ ਫਰਮਾਏਗੀ। ਪਰ ਕੁਆਰੰਟਾਈਨ ਦੀ ਜਿਹੜੀ ਸ਼ਰਤ ਹੈ ਕਿ ਉਹ ਲਾਜ਼ਮੀ ਤੌਰ ਤੇ ਲਾਗੂ ਹੋਊਗੀ। ਟੈਸਟਿੰਗ ਦੀ ਸ਼ਰਤ ਹੈ ਸ਼ਰਧਾਲੂਆਂ ਨੇ ਜਾਣ ਸਮੇਂ ਉਹ ਲਾਜ਼ਮੀ ਤੌਰ ਤੇ ਲਾਗੂ ਹੋਊਗੀ ਕਿਉਂਕਿ ਇਹ ਪ੍ਰੋਟੋਕੋਲ ਹੈ ਕੋਵਿਡ-19 ਮਹਾਮਾਰੀ ਹੈ। ਇਸ ਕਰਕੇ ਇਹ ਸ਼ਰਤਾਂ ਜਿਹੜੀਆਂ ਹੈਗੀਆਂ ਇਹ ਲਾਗੂ ਸਰਕਾਰਾਂ ਨੂੰ ਕਰਨੀਆਂ ਪੈਣਗੀਆਂ ਜੇਕਰ ਉਹ ਲਾਂਘਾ ਖੋਲਣ ਵਾਲੇ ਭਲਕੇ ਕੋਈ ਫੈਸਲਾ ਕਰਦੀਆਂ ਵੀ ਨੇ। ਪਰ ਸਿੱਖ ਸੰਗਤਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦਾ ਇਹੀ ਕਹਿਣਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੁੱਲ ਜਾਣਾ ਚਾਹੀਦਾ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਇਹੀ ਬਿਆਨ ਹੈ ਤੇ ਸਿੱਖ ਸੰਗਤਾਂ ਵੀ ਜਿਹੜੀਆਂ ਹੈਗੀਆਂ ਉਹ ਦਰਸ਼ਨ ਦਿਦਾਰੇ ਕਰਨ ਜਾਣਾ ਚਾਹੁੰਦੀਆਂ ਨੇ। ਪਰ ਪ੍ਰੋਟੋਕੋਲ ਜਿਹੜੇ ਉਹ ਲਾਗੂ ਹੋਣਗੇ, ਗਾਈਡਲਾਈਨਸ ਨੇ ਜਿਹੜੀਆਂ ਉਹ ਲਾਗੂ ਜ਼ਰੂਰ ਹੋਣਗੀਆਂ ਜੇ ਲਾਂਘਾ ਭਲਕੇ ਖੁੱਲਦਾ ਤਾਂ ਜੀ। ਅਰਸ਼ੀ ਬਹੁਤ-ਬਹੁਤ ਸ਼ੁਕਰੀਆ ਇੰਨੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ। ਇਸੇ ਪ੍ਰੋਗਰਾਮ ਅੱਜ ਦੀ ਗੱਲ ਜਿਹਦੇ ਵਿੱਚ ਅਸੀਂ ਗੱਲਬਾਤ ਕੀਤੀ ਦੇਸ਼ ਦੁਨੀਆ ਦੀ ਸਿਆਸਤ ਦੀ ਹਰੇਕ ਉਸ ਭਗਤ ਦੇ ਮਸਲੇ ਦੀ ਜੋ ਤੁਹਾਡੇ ਲਈ ਜਾਣਨਾ ਬੇहद ਜ਼ਰੂਰੀ ਹੁੰਦਾ ਹੈ। ਪੰਜਾਬ ਦੀ ਸਿਆਸਤ ਤੋਂ ਲੈ ਕੇ ਹਰੇਕ ਉਸ ਮੁੱਦੇ ਦੀ ਜੋ ਖੁੰਡ ਚਰਚਾ ਬਣਦਾ ਹੈ। ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਅੱਜ ਦੀ ਗੱਲ ਲੈ ਕੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।